ਤਨ ਧਨ ਸੰਪੈ ਸੁਖ ਦਿਓ, ਅਰ ਜਿਹ ਨੀਕੇ ਧਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਤਨ ਧਨ ਸੰਪੈ ਸੁਖ ਦਿਓ, ਅਰ ਜਿਹ ਨੀਕੇ ਧਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤੇ ਇਸ ਲੜੀ ਦੇ ਤਹਿਤ ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 8 ਨੰਬਰ ਸ਼ਲੋਕ, ਜਿਸ ਦਾ ਪਾਠ ਆਪਾਂ ਸਰਵਣ ਕੀਤਾ ਹੈ। ਇਸ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਮਨੁੱਖ ਨੂੰ ਉਸ ਮਾਲਕ ਦਾ ਸ਼ੁਕਰਾਨਾ ਕਰਨ ਦੀ ਪ੍ਰੇਰਨਾ ਦਿੱਤੀ ਹੈ ਕਿ ਕਈ ਵਾਰੀ ਮਨੁੱਖ ਦੀ ਜ਼ਿੰਦਗੀ ਵਿੱਚ ਇਹ ਗਿਲਾ ਹੁੰਦਾ ਹੈ, ਸ਼ਿਕਵਾ ਹੁੰਦਾ ਹੈ, ਮੈਂ ਉਹਦਾ ਸ਼ੁਕਰਾਨਾ ਕਿਸ ਕਰਕੇ ਕਰਾਂ। ਨਾ ਮੇਰੇ ਕੋਲ ਰਹਿਣ ਲਈ ਘਰ ਹੈ, ਨਾ ਮੇਰੇ ਕੋਲ ਪੈਸਾ ਹੈ, ਨਾ ਮੇਰੇ ਕੋਲ ਕੋਈ ਦੁਨਿਆਵੀ ਸੁੱਖ ਹੈ, ਕੋਈ ਸੰਪਤੀ ਜਾਇਦਾਦ ਹੈ, ਅਤੇ ਨਾ ਮੇਰੇ ਕੋਲ ਵਧੀਆ ਤਨ ਹੀ ਹੈ। ਮੈਂ ਕਾਹਦਾ ਸ਼ੁਕਰਾਨਾ ਕਰਾਂ, ਕਿਸ ਤਰੀਕੇ ਨਾਲ ਉਸ ਨੂੰ ਯਾਦ ਕਰਾਂ, ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ। ਪਰ ਪਾਤਸ਼ਾਹ ਜੀ ਕਹਿੰਦੇ ਨੇ ਉਸ ਮਨੁੱਖ ਦੇ ਕੋਲ ਤਾਂ ਕੋਈ ਬਹਾਨਾ ਨਹੀਂ ਜਿਸ ਦੇ ਕੋਲ ਇਹ ਸਭ ਕੁਝ ਹੀ ਹੈਗਾ ਹੈ। ਤਨ ਵੀ ਹੈਗਾ ਹੈ, ਧਨ ਵੀ ਹੈਗਾ ਹੈ, ਸੰਪਤੀ ਜਾਇਦਾਦ ਵੀ ਹੈਗੀ ਹੈ, ਦੁਨਿਆਵੀ ਸੁੱਖ ਸਹੂਲਤਾਂ ਵੀ ਹੈਗੀਆਂ ਨੇ, ਔਰ ਸੋਹਣਾ ਘਰ ਵੀ ਹੈ। ਸਤਿਗੁਰ ਨੇ ਬਾਣੀ ਵਿੱਚ ਸਾਨੂੰ ਕਿਸੇ ਵਸਤੂ ਦੀ ਪ੍ਰਾਪਤੀ ਲਈ ਸ਼ੁਕਰਾਨਾ ਕਰਨ ਦੀ ਜਾਚ ਨਹੀਂ ਦੱਸੀ, ਸਗੋਂ ਇਹ ਕਿਹਾ ਕਿ ਭਾਈ ਹਰ ਹਾਲਤ ਵਿੱਚ, ਚਾਹੇ ਦੁੱਖ ਹੋਵੇ, ਚਾਹੇ ਸੁੱਖ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਹਰ ਵਕਤ ਅਸੀਂ ਉਸ ਮਾਲਕ ਦੇ ਭੈ ਵਿੱਚ, ਅਦਬ ਵਿੱਚ ਆਪਣਾ ਜੀਵਨ ਬਤੀਤ ਕਰਨਾ ਹੈ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਅਸੀਂ ਤਾਂ ਕਿਸੇ ਵਸਤੂ ਦੀ ਪ੍ਰਾਪਤੀ ਨੂੰ ਦਾਤ ਕਹਿੰਦੇ ਹਾਂ। ਸਾਡੇ ਘਰ ਪੁੱਤਰ ਦਾ ਜਨਮ ਹੋਵੇ, ਨਵੀਂ ਕਾਰ ਲੈ ਕੇ ਆਈਏ, ਨਵਾਂ ਘਰ ਅਸੀਂ ਬਣਾਈਏ, ਉਹਦੇ ਵਿੱਚ ਜਦੋਂ ਅਸੀਂ ਪ੍ਰਵੇਸ਼ ਕਰਦੇ ਹਾਂ ਤਾਂ ਅਸੀਂ ਕਹਿੰਦੇ ਦਾਤ ਹੈ। ਚਲੋ ਇੱਕ ਪੱਖ ਤੋਂ ਇਹ ਵੀ ਕਹਿ ਸਕਦੇ ਹੋ ਕਿ ਇਹ ਸਾਨੂੰ ਮਾਲਕ ਨੇ ਦਿੱਤੀ ਹੋਈ ਦਾਤ ਹੈ। ਪਰ ਇਕੱਲੀ ਘਰ ਦਾਤ ਕਹਿ ਕੇ ਛੁਟਕਾਰਾ ਨਹੀਂ ਨਾ ਹੋਣਾ, ਕਿਉਂਕਿ ਜਦੋਂ ਤੁਸੀਂ ਪਾਸੇ ਵੇਖੋਗੇ 2-2 ਨੰਬਰ ਦੀਆਂ ਕਮਾਈਆਂ ਕਰਨ ਵਾਲੇ, ਬੇਈਮਾਨੀਆਂ ਕਰਨ ਵਾਲਿਆਂ ਕੋਲ ਤਾਂ ਆਮ ਬੰਦਿਆਂ ਨਾਲੋਂ ਬਹੁਤ ਵੱਡੇ ਘਰ ਨੇ। ਬਿਜ਼ਨਸ ਵਪਾਰ ਉਹਨਾਂ ਦੇ ਆਮ ਦਰਮਿਆਨਾ ਲੋਕਾਂ ਨਾਲੋਂ ਕਈ ਗੁਣਾ ਵੱਡੇ ਨੇ। ਕੀ ਇਹਦਾ ਅਰਥ ਉਹਨਾਂ 'ਤੇ ਦਾਤ ਜਾਂ ਉਹਨਾਂ ਦੇ ਉੱਤੇ ਮਾਲਕ ਦੀ ਜ਼ਿਆਦੀ ਕਿਰਪਾ ਹੈ, ਜ਼ਿਆਦੀ ਰਹਿਮਤ ਹੈ। ਤੁਸੀਂ ਦੁਨਿਆਵੀ ਧਨ ਪਦਾਰਥ ਨਾਲ ਉਹਦੀ ਕਿਰਪਾ ਦੀ ਜਿਹੜੀ ਹੈ ਉਹ ਤੁਲਨਾ ਨਹੀਂ ਕਰ ਸਕਦੇ, ਜਾਂ ਇੰਜ ਨਹੀਂ ਕਹਿ ਸਕਦੇ ਕਿ ਕਿਸੇ ਵਸਤੂ ਦੀ ਪ੍ਰਾਪਤੀ ਜਿਹੜੀ ਹੈ ਉਸ ਮਾਲਕ ਦੀ ਦਾਤ ਹੈ। ਨਹੀਂ, ਜਿਹੜੀ ਬਾਣੀ ਵਿੱਚ ਦਾਤ ਸਭ ਤੋਂ ਮੇਨ ਆਖੀ ਹੈ ਉਹ ਹੈ ਉਹਦੀ ਰਜ਼ਾ ਨੂੰ ਸਮਝਣਾ, ਰੱਬੀ ਗੁਣਾ ਮੁਤਾਬਕ ਆਪਣਾ ਜੀਵਨ ਬਸਰ ਕਰਨਾ, ਜਾਂ ਇੰਜ ਕਹਿ ਲਓ ਕਿ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਅਸੀਂ ਨਿਰਗੁਣੇ ਆ ਰਹੇ ਹਾਂ, ਤੁਸੀਂ ਗੁਣਾਂ ਦੇ ਦਾਤੇ ਹੋ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ। ਉਹ ਜਿਹੜਾ ਗੁਣਾਂ ਦਾ ਦਾਨ ਦਿੰਦਾ ਹੈ ਨਾ ਮਾਲਕ ਸਾਨੂੰ, ਉਹਦੇ ਨਾਲ ਸਾਡੀ ਜ਼ਿੰਦਗੀ ਖੁਸ਼ਹਾਲ ਹੁੰਦੀ ਹੈ, ਖੂਬਸੂਰਤ ਬਣਦੀ ਹੈ। ਤੋ ਪਾਤਸ਼ਾਹ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਇਹ ਗੱਲ ਬਹੁਤ ਸਾਹਮਣੇ ਸਾਡੇ ਸਪਸ਼ਟ ਹੋ ਜਾਂਦੀ ਹੈ ਕਿ ਦੁਨਿਆਵੀ ਧਨ ਪਦਾਰਥ ਦੀ ਪ੍ਰਾਪਤੀ ਨੂੰ ਅਸੀਂ ਕਈ ਵਾਰੀ ਦਾਤ ਕਹਿ ਦਿੰਦੇ ਹਾਂ, ਪਰ ਅਸੀਂ ਜਪ ਬਾਣੀ ਵਿੱਚ ਰੋਜ਼ਾਨਾ ਪੜ੍ਹਦੇ ਹਾਂ, ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾ। ਅਸੀਂ ਤਾਂ ਰੱਜ ਕੇ ਰੋਟੀ ਖਾ ਲਈ, ਰੱਜ ਕੇ ਧਨ ਪਦਾਰਥ ਆਪਣੀ ਜ਼ਿੰਦਗੀ 'ਚ ਮਾਣ ਲੈ, ਚੰਗੇ ਖਾਣੇ ਮਿਲ ਗਏ, ਅਤੇ ਆਪਾਂ ਕਹਿੰਦੇ ਦਾਤ ਹੈ ਉਹਦੀ। ਪਰ ਪਾਤਸ਼ਾਹ ਕਹਿੰਦੇ ਨੇ ਭੁੱਖ ਵੀ ਉਹਦੀ ਦਾਤ ਹੈ। ਇਹ ਵੀ ਮਨੁੱਖ ਨੂੰ ਅਹਿਸਾਸ ਕਰਾਉਂਦੀ ਹੈ ਕਿ ਤੈਨੂੰ ਤਾਂ ਅੱਜ ਖਾਣਾ ਖਾਣ ਲਈ ਨਹੀਂ ਮਿਲਿਆ। ਕਿੰਨੇ ਲੋਕ ਨੇ ਜਿਨ੍ਹਾਂ ਨੂੰ ਕਈ ਵਾਰ ਕਈ ਦਿਨ ਖਾਣਾ ਖਾਣ ਲਈ ਨਹੀਂ ਮਿਲਦਾ। ਅਸੀਂ ਤਾਂ ਚੰਗਾ ਬੈੱਡ ਲੈ ਕੇ ਉੱਤੇ ਨੀਂਦ ਪੂਰੀ ਕਰ ਲਈ, ਆਪਾਂ ਕਹਿੰਦੇ ਉਹਦੀ ਦਾਤ ਹੈ। ਪਰ ਪਾਤਸ਼ਾਹ ਕਹਿੰਦੇ ਜਿੱਦਣ ਜ਼ਮੀਨ 'ਤੇ ਸੌਣਾ ਪਵੇ, ਇਹਨੂੰ ਵੀ ਉਹਦੀ ਦਾਤ ਸਮਝੀ।
ਹਰ ਹਾਲਾਤ ਵਿੱਚ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ ਜ਼ਿੰਦਗੀ ਜਿਉਣ ਨੂੰ। ਜਿਸ ਗੁਰੂ ਦੀ ਅਸੀਂ ਗੱਲ ਕਰਦੇ ਹਾਂ, ਜਿਸ ਗੁਰੂ ਦੀ ਅਸੀਂ ਬਾਤ ਪਾਉਂਦੇ ਹਾਂ, ਜਦੋਂ ਉਹ ਆਪਣੇ ਸਾਹਿਬਜ਼ਾਦਿਆਂ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖੁਸ਼ੀਆਂ ਖੇੜਿਆਂ ਵਿੱਚ ਆਪਣਾ ਜੀਵਨ ਜੀਵ ਰਹੇ ਨੇ, ਪਰ ਇੱਕ ਵਕਤ ਆਉਂਦਾ ਹੈ 1704 ਦਾ ਉਹ ਸਮਾਂ ਜਦੋਂ ਠੰਡੀਆਂ ਰਾਤਾਂ ਨੇ, ਨਿੱਕੀ ਨਿੱਕੀ ਕਣੀ ਦਾ ਮੀਂਹ ਪੈ ਰਿਹਾ ਹੈ, ਤਨ ਦੇ ਉੱਤੇ ਮੋਟੇ ਕੱਪੜੇ ਵੀ ਨਹੀਂ, ਸਰਸਾ ਨਦੀ ਪਾਰ ਕਰ ਰਹੇ ਨੇ, ਪਰਿਵਾਰ ਦਾ ਵਿਛੋੜਾ ਪੈ ਜਾਂਦਾ ਹੈ। ਪਾਤਸ਼ਾਹ ਜੀ ਤਾਂ ਉਹਨੂੰ ਵੀ ਉਹਦੀ ਦਾਤ ਮੰਨਦੇ ਨੇ, ਦਾਤਾ ਇਹ ਮੇਰੀ ਜ਼ਿੰਦਗੀ ਦਾ ਇਮਤਿਹਾਨ ਹੈ, ਐਗਜ਼ਾਮ ਹੈ, ਅਤੇ ਮੇਰੀ ਅਰਦਾਸ ਇਹ ਹੈ ਮੈਂ ਇਸ ਇਮਤਿਹਾਨ ਵਿੱਚੋਂ ਪਾਸ ਹੋ ਜਾਵਾਂ। ਅਤੇ ਪਾਸ ਹੋਏ ਨੇ ਮੇਰੇ ਮਾਲਕ ਜੀ, ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਿਆ। ਇਹ ਘਟਨਾਵਾਂ ਸਾਡੀ ਜ਼ਿੰਦਗੀ ਦਾ ਮੀਲ ਪੱਥਰ ਨੇ, ਥੰਮ ਨੇ, ਜਿਹੜੀਆਂ ਸਾਨੂੰ ਅੰਦਰੋਂ ਮਜ਼ਬੂਤ ਕਰਦੀਆਂ ਨੇ ਕਿ ਜ਼ਿੰਦਗੀ 'ਚ ਵੱਡੀ ਤੋਂ ਵੱਡੀ ਸਮੱਸਿਆ ਆ ਜਾਏ ਅਤੇ ਮਨੁੱਖ ਨੇ ਡੋਲਣਾ ਨਹੀਂ, ਘਬਰਾਉਣਾ ਨਹੀਂ। ਪਰ ਪਾਤਸ਼ਾਹ ਕਹਿੰਦੇ ਚਲੋ ਜਿਨ੍ਹਾਂ ਕੋਲ ਤਾਂ ਹੈ ਨਹੀਂ, ਸ਼ੁਕਰਾਨਾ ਤਾਂ ਉਹਨਾਂ ਨੂੰ ਵੀ ਕਰਨਾ ਚਾਹੀਦਾ। ਇੱਕ ਦੇ ਕੋਲ ਬਿਲਕੁਲ ਸਰੀਰ ਤੰਦਰੁਸਤ ਹੈ, ਉਹਦਾ ਤਾਂ ਫਰਜ਼ ਹੀ ਬਣਦਾ ਸ਼ੁਕਰਾਨਾ ਕਰਨ ਦਾ। ਪਰ ਜਿਹਦੇ ਕੋਲ ਮੰਨ ਲਓ ਕਿਸੇ ਕਾਰਨ ਕੋਈ ਘਟਨਾ ਵਾਪਰ ਕੇ ਕੋਈ ਸਰੀਰ ਦਾ ਅੰਗ ਖਤਮ ਹੋ ਗਿਆ, ਕਹਿੰਦੇ ਜੋ ਬਚਿਆ ਉਹਦਾ ਵੀ ਧੰਨਵਾਦ ਕਰਨਾ ਹੈ। ਕਿਉਂਕਿ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ। ਮੈਂ ਭੁੱਖ ਨੂੰ ਵੀ ਆਪਣੀ ਜ਼ਿੰਦਗੀ 'ਚ ਇੰਜ ਮਾਣਾ ਕਿ ਮੈਂ ਰੱਜਿਆ ਹੋਇਆ ਮਹਿਸੂਸ ਕਰਦਾ, ਦੁੱਖ ਵਿੱਚ ਸੁਖ ਮਨਾਈ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਤਨ ਧਨ ਸੰਪੈ, ਸੋਹਣਾ ਤਨ ਦਿੱਤਾ ਹੈ, ਧਨ ਦਿੱਤਾ ਹੈ, ਸੰਪੈ ਮੀਨਿੰਗ ਸੰਪਤੀ ਜਾਇਦਾਦ, ਸੁੱਖ ਦਿਓ, ਸੋਹਣੇ ਸੁੱਖ ਦਿੱਤੇ ਹੋਏ ਨੇ। ਅਰ ਅਤੇ ਜਿਹੇ ਨੀਕੇ ਧਾਮ, ਨੀਕੇ ਧਾਮ ਦਾ ਅਰਥ ਹੈ, ਧਾਮ ਮੀਨਿੰਗ ਘਰ, ਨੀਕੇ ਦਾ ਅਰਥ ਆ ਬਹੁਤ ਹੀ ਚੰਗੇ ਘਰ। ਇੱਕ ਹੁੰਦਾ ਘਰ ਹੋਣਾ ਅਤੇ ਬੰਦਾ ਖੁਸ਼ ਹੀ ਨਾ ਹੋਵੇ ਘਰ ਤੋਂ, ਵੈਸੇ ਤਾਂ ਘਰ ਘਰ ਹੀ ਹੁੰਦਾ। ਤੁਸੀਂ ਕੱਖਾਂ ਦੀ ਕੁੱਲੀ ਵਾਲੇ ਨੂੰ ਪੁੱਛ ਕੇ ਵੇਖੋ, ਜਿਹਨੇ ਕਾਨਿਆਂ ਦਾ ਬਣਾਇਆ ਨਾ, ਉਹਨੂੰ ਪੁੱਛ ਕੇ ਵੇਖੋ, ਉਹਦਾ ਵੀ ਘਰ ਹੈ, ਉਹਨੂੰ ਵੀ ਸਵਾਰਦਾ ਹੈ, ਸ਼ਿੰਗਾਰਦਾ ਹੈ, ਉਹਦੇ ਵਾਸਤੇ ਉਹ ਰੀਝ ਹੈ। ਕਿਉਂਕਿ ਜਿੱਥੇ ਵੀ ਬੰਦਾ ਬੈਠਾ ਹੈ ਘਰ ਘਰ ਹੀ ਹੁੰਦਾ। ਜਿਵੇਂ ਕਾਰ ਬਾਰੇ ਨਹੀਂ ਆਪਾਂ ਕਹਿੰਦੇ, ਜਿਹਦੇ ਕੋਲ ਬਹੁਤ ਮਹਿੰਗੀ ਹੈ, 2.5 2 3 4 ਕਰੋੜ ਦੀ ਗੱਡੀ, ਜੇ ਉਹਦੀ ਗੱਡੀ ਹੈ, ਅਤੇ ਜਿਹਦੇ ਕੋਲ ਬਿਲਕੁਲ ਸਸਤੀ ਗੱਡੀ ਹੈ, 50 60 70 ਹਜ਼ਾਰ ਲੱਖ ਵਾਲੀ ਵੀ ਹੈ, ਉਹਨੂੰ ਪੁੱਛ ਕੇ ਵੇਖੋ, ਉਹਦੀ ਵੀ ਉਹ ਕਾਰ ਹੈ। ਜਿੰਨਾ ਵੀ ਜਿਹਦੇ ਕੋਲ ਬੰਦੇ ਕੋਲ ਹੈ, ਉਹਦੇ ਵਾਸਤੇ ਉਹ ਚੰਗਾ ਹੀ ਹੁੰਦਾ, ਮਾੜਾ ਕਦੇ ਨਹੀਂ ਹੁੰਦਾ। ਸਾਡੀ ਸੋਚ ਹੁੰਦੀ ਵੀ ਉਹ ਗਰੀਬ ਹੈ, ਉਹਦੀ ਚੀਜ਼ ਮਾੜੀ ਹੈ, ਮੈਂ ਤਗੜਾ ਹਾਂ, ਨਹੀਂ। ਉਹਨੂੰ ਪੁੱਛ ਕੇ ਵੇਖੋ, ਸਾਈਕਲ ਵਾਲੇ ਵਾਸਤੇ ਸਾਈਕਲ ਜਿਹੜਾ ਹੈ ਨਾ, ਉਹ ਕਿਸੇ ਮਹਿੰਗੀ ਗੱਡੀ ਨਾਲੋਂ ਘੱਟ ਨਹੀਂ ਹੈਗਾ। ਰਿਕਸ਼ਾ ਚਲਾਉਣ ਵਾਲਾ, ਆਟੋ ਚਲਾਉਣ ਵਾਲਾ, ਉਹਨੂੰ ਪੁੱਛ ਕੇ ਵੇਖੋ, ਉਹਦੇ ਵਾਸਤੇ ਉਹ ਸਭ ਤੋਂ ਮਹਿੰਗੀ ਗੱਡੀ ਹੈ। ਪੁੱਛੋ ਕਿਉਂ? ਸਭ ਤੋਂ ਵਧੀਆ ਬਿਜ਼ਨਸ ਹੈ। ਪੁੱਛੋ ਕਿਉਂ? ਕਿਉਂਕਿ ਉਹਦੇ ਰਾਹੀਂ, ਉਹਦੇ ਨਾਲ ਉਹਨੇ ਸਫ਼ਰ ਤੈਅ ਕਰਕੇ ਆਪਣੇ ਪਰਿਵਾਰ ਨੂੰ ਪਾਲਿਆ ਹੈ। ਉਹਦੇ ਪਰਿਵਾਰ ਦੀ ਰੋਜੀ ਰੋਟੀ ਦਾ ਮਸਲਾ ਹੈ। ਉਹ ਰਿਕਸ਼ਾ ਚਲਾਉਣ ਵਾਲਾ ਵੀ ਹੈ। ਹਰ ਬੰਦੇ ਵਾਸਤੇ ਜੋ ਵੀ ਕੁਝ ਹੈ, ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਵੀ ਬੈਠਾ ਹੈ, ਜਿਸ ਹਾਲਾਤ ਵਿੱਚ ਬੈਠਾ ਹੈ। ਹੁਣ ਇਹ ਬਾਣੀ ਸਾਨੂੰ ਮਾਨਸਿਕ ਤੌਰ 'ਤੇ ਤਿਆਰ ਕਰਦੀ। ਅੱਜ ਸੰਸਾਰ ਦੇ ਦੁਖੀ ਹੋਣ ਦਾ ਕਾਰਨ ਪਤਾ ਸਭ ਤੋਂ ਵੱਡਾ ਕੀ ਹੈ? ਜੋ ਸਾਡੇ ਕੋਲ ਹੈ ਉਹਦਾ ਅਸੀਂ ਆਨੰਦ ਨਹੀਂ ਲੈ ਰਹੇ, ਜੋ ਨਹੀਂ ਹੈਗਾ ਉਹਦੇ ਬਾਰੇ ਸੋਚ ਸੋਚ ਕੇ ਅਸੀਂ ਰੋਜ਼ ਪਰੇਸ਼ਾਨ ਹੁੰਦੇ ਹਾਂ। ਬਾਣੀ ਕਹਿੰਦੀ ਵਰਤਮਾਨ ਜ਼ਿੰਦਗੀ ਜੀਓ। ਵਰਤਮਾਨ ਸਮਝੋ, ਜਿਸ ਪਲ 'ਚ ਹੈਗੇ ਜੇ ਨਾ, ਉਸੇ ਪਲ 'ਚ ਖਲੋ ਜਾਓ। ਜੋ ਤੁਹਾਡੇ ਕੋਲ ਹੈ, ਤੁਸੀਂ ਪਾਣੀ ਪੀ ਰਹੇ ਹੋ, ਪ੍ਰਸ਼ਾਦਾ ਛਕ ਰਹੇ ਹੋ, ਜੋ ਵੀ ਹੈ ਉਹਦਾ ਆਨੰਦ ਮਾਣੋ। ਸਾਡੀ ਹਾਲਤ ਮੈਂ ਕਈ ਵਾਰੀ ਮਹਿਸੂਸ ਕਰਦਾ ਅਮਲੀ ਵਾਲੀ ਬਣ ਜਾਂਦੀ। ਜਿਵੇਂ ਅਮਲੀ ਨਹੀਂ ਹੁੰਦਾ, ਅਮਲੀ ਬੰਦੇ ਨੂੰ ਇਹ ਪਤਾ ਲੱਗ ਜਾਏ ਵੀ ਅੱਜ ਦਾ ਤੇਰੇ ਕੋਲ ਨਸ਼ਾ ਹੈਗਾ, ਪਰ ਕੱਲ੍ਹ ਦਾ ਮੁੱਕ ਗਿਆ ਤੇਰੇ ਕੋਲ। ਉਹਨੇ ਅੱਜ ਨਸ਼ਾ ਕਰ ਲਿਆ, ਪਰ ਕੱਲ੍ਹ ਦਾ ਨਸ਼ਾ ਹੈ ਨਹੀਂ ਉਹਦੇ ਕੋਲ। ਉਹਨੇ ਜਿਹੜੇ ਅੱਜ ਨਸ਼ਾ ਕੀਤਾ ਹੈ ਨਾ, ਉਹਦਾ ਨਸ਼ਾ ਹੀ ਨਹੀਂ ਹੋਣਾ ਉਹਨੂੰ। ਪਤਾ ਕਿਉਂ? ਕਿਉਂਕਿ ਉਹਨੂੰ ਚਿੰਤਾ ਲੱਗੀ ਰਹਿਣੀ ਹੈ ਵੀ ਕੱਲ੍ਹ ਦਾ ਤਾਂ ਨਸ਼ਾ ਹੀ ਹੈ ਨਹੀਂ ਮੇਰੇ ਕੋਲ। ਭਾਵੇਂ ਇਹ ਗੱਲ ਇੱਕ ਅਮਲੀ ਬੰਦੇ ਦੀ ਨਹੀਂ ਹੈ, ਸੰਸਾਰ 'ਤੇ ਬਹੁਤੇ ਲੋਕਾਂ ਨੂੰ ਵੀ ਇਹ ਅਮਲ ਲੱਗਾ ਹੋਇਆ ਹੈ। ਜੋ ਸਾਡੇ ਕੋਲ ਅੱਜ ਹੈ, ਜੋ ਅਸੀਂ ਰੋਟੀ ਖਾ ਰਹੇ ਹਾਂ, ਜੋ ਸਾਡੀ ਥਾਲੀ 'ਚ ਪਈ ਹੈ, ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰ ਰਹੇ। ਕਿਉਂਕਿ ਅਮਲ ਗਲੋਲਾ ਕੂੜਕਾ ਨਾ ਦਿੱਤਾ ਦੇਵਨਹਾਰ, ਮੱਤੀ ਮਰਨ ਵਿਸਾਰਿਆ। ਅਸੀਂ ਸੱਚ ਦੇ ਵਿਚਾਰ ਤੋਂ ਕੋਹਾਂ ਦੂਰ ਚਲੇ ਗਏ। ਜੋ ਅਸੀਂ ਸਾਡੇ ਕੋਲ ਅੱਜ ਹੈ, ਅਸੀਂ ਉਹਦਾ ਆਨੰਦ ਨਹੀਂ ਮਾਣ ਰਹੇ। ਜੋ ਸਾਡੇ ਕੋਲ ਨਹੀਂ ਹੈ, ਉਹਦੇ ਬਾਰੇ ਸੋਚ ਸੋਚ ਕੇ ਪਰੇਸ਼ਾਨ ਹੋ ਕੇ ਤੁਸੀਂ ਵੇਖੋ, ਮਨੁੱਖ ਜਿੱਥੇ ਜ਼ਿੰਦਗੀ ਜੂ ਰਿਹਾ, ਬਹੁਤੇ ਲੋਕ, ਮੈਂ ਨਹੀਂ ਕਹਿੰਦਾ ਆਪਣੇ ਬੱਚਿਆਂ ਦਾ, ਆਪਣੇ ਪੋਤਰੇ ਦਾ, ਦੋਤੇ ਦੋਤੀਆਂ ਦਾ, ਇਹਨਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਵੇਖੋ ਤੁਹਾਡਾ ਫਰਜ਼ ਬਣਦਾ, ਪਰ ਚਿੰਤਾ ਨਹੀਂ, ਉਹਨਾਂ ਬਾਰੇ ਤੁਸੀਂ ਵਿਚਾਰਾਂ ਕਰੋ, ਉਹਨਾਂ ਨੂੰ ਤੁਸੀਂ ਚੰਗੀ ਐਜੂਕੇਸ਼ਨ ਦਿਓ, ਇਹ ਇੱਕ ਪੱਖ ਹੈ। ਪਰ ਬੈਠੇ ਸੋਚੀ ਜਾਓ, ਕਰੋ ਕੁਝ ਨਾ, ਇਹ ਕੋਈ ਜ਼ਿੰਦਗੀ ਦਾ ਹੱਲ ਤਾਂ ਨਹੀਂ ਹੈਗਾ। ਹੁਣ ਕਈ ਮਨੁੱਖ ਤੁਸੀਂ ਵੇਖਿਆ ਹੋਵੇਗਾ, ਪਹਿਲਾਂ ਸਿਰਫ
ਵੀ ਮੈਨੂੰ ਮੈਂ ਇੱਕ ਚੰਗੀ ਨੌਕਰੀ ਕਰ ਸਕਾਂ, ਚੰਗਾ ਪੜ੍ਹ ਲਿਖ ਜਾਵਾਂ, ਫਿਰ ਹੌਲੀ ਹੌਲੀ ਬੱਚਿਆਂ ਬਾਰੇ, ਫਿਰ ਅੱਗੇ ਪੋਤਰੇ ਪੋਤਰੀਆਂ ਬਾਰੇ, ਮਤਲਬ ਕਦੀ ਆਪਣੇ ਆਪ ਦੇ ਬਾਰੇ ਸੋਚਿਆ ਹੀ ਨਹੀਂ। ਜਿਹਨੂੰ ਬਾਣੀ ਕਹਿੰਦੀ ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਸਾਰੀ ਜ਼ਿੰਦਗੀ ਇੱਦਾਂ ਹੀ ਜਿਵੇਂ ਗਧਾ ਭਾਰ ਨਹੀਂ ਢੋਂਦਾ, ਉੱਦਾਂ ਭਾਰ ਢੋਂਦਿਆਂ ਹੀ ਜ਼ਿੰਦਗੀ ਲੰਘ ਗਈ। ਇਹ ਸੋਚਿਆ ਹੀ ਨਹੀਂ ਕਿ ਬਾਣੀ ਸਾਨੂੰ ਕੀ ਸਿਖਾਉਂਦੀ ਹੈ, ਹਾਲਾਤ ਕਿਹੜੇ ਨੇ। ਤੁਸੀਂ ਗੁਰੂ ਸਾਹਿਬ ਜੀ ਦੀ ਇਸ ਵਿਚਾਰ ਨੂੰ ਸਮਝ ਕੇ ਵੇਖੋ। ਅਸੀਂ ਕਈ ਵਾਰੀ ਜਿੱਥੇ ਬੈਠੇ ਹੁੰਦੇ ਹਾਂ ਉਹਦਾ ਆਨੰਦ ਨਾ ਮਾਣ ਕੇ ਅਸੀਂ ਚਿੰਤਾਵਾਂ ਝੋਰਿਆਂ ਵਿੱਚ, ਪਰੇਸ਼ਾਨੀਆਂ ਵਿੱਚ ਆਪਣੀ ਜ਼ਿੰਦਗੀ ਨੂੰ, ਜਿਵੇਂ ਗੱਡੀ ਟਰੈਕ ਤੋਂ ਲੈ ਜਾਂਦੀ ਹੈ, ਅਸੀਂ ਆਪਣੀ ਜਿਹੜੀ ਜ਼ਿੰਦਗੀ ਦੀ ਗੱਡੀ ਆ ਉਹਨੂੰ ਟਰੈਕ ਤੋਂ ਲਾਹ ਦਿੰਦੇ ਹਾਂ, ਅੱਗੇ ਤੋਰੀ ਨਹੀਂ ਪਾਉਂਦੀ। ਪਰੇਸ਼ਾਨੀਆਂ, ਦੁੱਖ, ਚਿੰਤਾਵਾਂ। ਅੱਜ ਤੁਸੀਂ ਵੇਖੋ, ਅੱਜ ਮਨੁੱਖ ਦੇ ਕੋਲ ਪਦਾਰਥਵਾਦੀ ਯੁੱਗ ਦੇ ਵਿੱਚ ਵੀ ਬੰਦਾ ਪਰੇਸ਼ਾਨ ਹੈ। ਅੱਛਾ, ਕਈਆਂ ਘਰਾਂ 'ਚ ਹਸਬੈਂਡ ਵਾਈਫ ਦੀ ਲੜਾਈ ਹੋਏਗੀ, ਆਪਾਂ ਕਹਾਂਗੇ ਪੈਸਾ ਨਹੀਂ ਹੈਗਾ, ਚਲੋ ਬੰਦਾ ਕਮਾਈ ਨਹੀਂ ਕਰਦਾ, ਜੋ ਔਰਤ ਨੇ ਸੋਚਿਆ ਉਹਨੂੰ ਸੁੱਖ ਸਹੂਲਤਾਂ ਨਹੀਂ ਮਿਲੀਆਂ, ਚੰਗੇ ਕੱਪੜੇ ਪਾਉਣ ਲਈ ਨਹੀਂ ਮਿਲੇ, ਚੰਗਾ ਗਹਿਣਾ ਨਹੀਂ ਮਿਲਿਆ। ਆਪਾਂ ਕਈ ਵਾਰੀ ਮੰਨ ਸਕਦੇ ਹਾਂ ਵੀ ਚਲੋ ਇੱਥੇ ਲੜਾਈ ਦਾ ਕਾਰਨ ਪੈਸਾ ਹੈ, ਪਰ ਤੁਹਾਨੂੰ ਸੈਂਕੜੇ ਨਹੀਂ ਹਜ਼ਾਰਾਂ ਲੱਖਾਂ ਘਰ ਉਹ ਮਿਲਣਗੇ ਜਿੱਥੇ ਬਹੁਤ ਜ਼ਿਆਦਾ ਪੈਸਾ ਪਰ ਤਾਂ ਵੀ ਨਹੀਂ ਬਣਦੀ, ਬਹੁਤ ਜ਼ਿਆਦਾ ਪੈਸਾ। ਕਿਉਂਕਿ ਤੁਸੀਂ ਪੈਸੇ ਨਾਲ ਗੱਲਾਂ ਥੋੜ੍ਹਾ ਕਰ ਸਕਦੇ ਹੋ, ਸੋਨੇ ਨਾਲ, ਗੱਡੀਆਂ ਨਾਲ, ਚਾਂਦੀ ਨਾਲ, ਇਹਨਾਂ ਚੀਜ਼ਾਂ ਗੱਲਾਂ ਕਰਨ ਲਈ ਵਿਚਾਰ ਇੱਕ ਹੋਣੇ ਚਾਹੀਦੇ ਆ, ਸੁਭਾਅ ਇੱਕ ਹੋਣਾ ਚਾਹੀਦਾ ਵਾ, ਜਿੱਥੇ ਬੈਠ ਕੇ ਤੁਸੀਂ ਇੱਕ ਦਾ ਦੁੱਖ ਸੁੱਖ ਫੋਲ ਸਕੋ, ਸਾਂਝ ਪਾ ਸਕੋ। ਜ਼ਿੰਦਗੀ ਦੀ ਜਿਹੜੀ ਅਸਲੀ ਅਮੀਰੀ ਆ ਨਾ, ਅਸੀਂ ਉਹਨੂੰ ਸਮਝ ਨਹੀਂ ਸਕੇ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ, ਧਨ ਧਨ ਸੰਪੈ ਸੁਖ ਦਿਓ ਆਰ ਜਿਹ ਨੀਕੇ ਤਾਮ ਕਹੋ ਨਾਨਕ ਸੁਨ ਰੇ ਮਨਾ। ਹੁਣ ਗੱਲ ਕਿਹਨੂੰ ਕਹਿ ਰਹੇ ਨੇ? ਮਨ ਨੂੰ। ਕਿਉਂਕਿ ਮਨ ਇਹਦੇ ਵਿੱਚ ਫਸਿਆ ਪਿਆ ਨਾ, ਵੀ ਚੰਗਾ ਘਰ ਵੀ ਹੈਗਾ। ਹੁਣ ਮਨ ਹੀ ਕਹਿੰਦਾ ਵੀ ਆਹ ਘਰ ਚੰਗਾ ਨਹੀਂ, ਉਹ ਘਰ ਚੰਗਾ ਹੈ, ਆਹ ਫਰਨੀਚਰ ਨਹੀਂ ਚੰਗਾ, ਉਹ ਫਰਨੀਚਰ ਚੰਗਾ। ਤਾਨੇ ਤੇ ਬਹਿ ਹੀ ਜਾਣਾ ਹੈ, ਤਾਨੇ ਤੇ ਸਹੁੰ ਹੀ ਜਾਣਾ, ਪਰ ਡਿਸੀਜਨ ਤੇ ਮੰਨ ਲੈਂਦਾ ਨਾ। ਤੇ ਸਿੱਖਿਆ ਵੀ ਮਨ ਨੂੰ ਦਿੱਤੀ ਹੈ। ਕਈ ਵਾਰੀ ਸੋਚੀਦਾ ਕਿੱਡਾ ਵੱਡਾ ਉਪਦੇਸ਼ ਹੈ ਸਤਿਗੁਰੂ ਪਾਤਸ਼ਾਹ ਜੀ ਦਾ ਇਸ ਮਨ ਬਾਰੇ। ਅੱਜ ਮਨ ਬਾਰੇ ਸੈਂਕੜੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ। ਹਜ਼ਾਰਾਂ ਲੋਕ, ਕਰੋੜਾਂ ਲੋਕ ਪੈਸਾ ਖਰਚ ਕਰਕੇ ਸੈਮੀਨਾਰ ਅਟੈਂਡ ਕਰਨ ਜਾਂਦੇ ਨੇ, ਜਿੱਥੇ ਮਨ ਦੀ ਘਾੜਤ ਘੜੀ ਜਾਵੇ। ਮਨੁੱਖ ਦੀ ਮਨੋਵਿਗਿਆਨੀਆਂ ਕੋਲ ਲੋਕ ਜਾਂਦੇ ਨੇ ਵੀ ਜਿਹੜਾ ਮਨ ਦੀ ਬਾਤ ਜਾਣਦਾ ਹੋਵੇ, ਮਨ ਦੀ ਗੱਲ ਜਾਣਦਾ ਹੋਵੇ, ਜਿਹੜਾ ਸਾਨੂੰ ਮਨ ਬਾਰੇ ਦੱਸੇ ਵੀ ਖੁਸ਼ ਕਿੱਦਾਂ ਰਹਿਣਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸਾਰਾ ਜਿਹੜਾ ਉਪਦੇਸ਼ ਵਿਚਾਰ ਹੈ ਉਹ ਮਨ ਦੇ ਉੱਤੇ, ਮਨ ਨੂੰ ਕਿੱਦਾਂ ਸੋਹਣਾ ਬਣਾਉਣਾ ਹੈ, ਮਨ ਕੀ ਚੀਜ਼ ਹੈ, ਮਨ, ਇਹ ਮਨ ਸ਼ਕਤੀ ਹੈ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤत्व को जियो, ਇਹ ਮਨ ਲੈ ਜੋ उन्मन रहे तीन लोक की बातें कहे। संतो मन पवने सुख बनया किश जोग प्राप्त गणिया गुर दिखलाई मोरी जित मिर्ग पड़त है चोरी। हुण पातशाह दे कहो नानक सुन रे मना सिमरत काहे ना राम। बंदिया तेरे कोल सोहना तन है, सोहना धन है, तेरे कोल संपत्ति जायदाद है, सोहने सुख ने, सिमरत काहे ना राम। सगों काम उल्टा हो जाए। तुसीं नोट करियो, चार पैसे आ जाण सगों रब छेती भुलदा है। अजे दरमियाना बंदा फिर भी शुकराना करदा, दाता तेरी मेहर है। कभी तुसीं अमीरां दीयां पार्टियां जाके वेखियो, कभी उन्हां दे फंक्शन अटेंड करके वेखियो, ऐं लगदा जिवें उन्हां नूं रब नाम की कोई चीज़ चेता नहीं भी किते शुकराना करना, किसी आम लोड़वंद की हैल्प करनी है। मतलब गुरु साहब जी ने जो उपदेश, मैं सारिਆਂ ते गल्लां नहीं टुकदियां। होणगे कुछ बंदे है ने जिन्हां नूं पैसे दा, धन पदार्थ दा 1% भी माण नहीं हुंदा। वो कहते माण किहड़ी चीज़ दा करिए? माण वो चीज़ दा करिए तुहाडे कोल सदा रहनी है। ये ते परछावां है, ये जिहड़ी अज है ते गल गांह चली जानी है। ये तो हत्थ की मैल, इनू हत्थ की मैल तां कहंदे, तुहाडे हत्थ नूं जिन्नी मर्जी मैल लगी होवे सदा तुसीं नाल रख सकदे हो। हत्थ धोंदे हो तो मैल लथ के ते पानी विच वह जांदी उस वेले। इनू हत्थ की मैल ही तां आखिया, इहदे बदले मैं विगाड़ पैदा करा ना भाई। मैं उहदा धन्नवाद करदा। बाणी सानूं बार बार शुकराना करन दी गल आखी, धन्नवाद करन दी गल आखी, उहदा शुकराना कर, उहदा धन्नवाद कर। जिवें सतगुरु महाराज बाणी विच किन्ने प्यारे उपदेश बख्शिश करदे ने। जिन कन कीते अखी नाक, जिन्हें सानूं कन दिता, सोहणे नक दिते, कन दिते, सनके कल्ले कल्ले शरीर दा अंग सानूं किन्ना खूबसूरत दिता है। जिन कन कीते अखी नाक, जिन जेवा दिती बोले तात। कदी धन्नवाद कीता है कि मैनूं जुबान बोलण लई दिती है, कन सुण लई दिते ने, हत्थ काम कर लई दिते ने, पैर तुरन वास्ते दिते ने। मनुख ते पशु विच फर्क की है? कदी डूंघाई नाल जानने की कोशिश की है? इहो फर्क है।
ਸਾਡੇ ਕੋਲ ਸ਼ਬਦਾਂ ਦਾ ਭੰਡਾਰ ਹੈ, ਪਸ਼ੂ ਕੋਲ ਸ਼ਬਦਾਂ ਦਾ ਭੰਡਾਰ ਨਹੀਂ ਹੈਗਾ। ਸਾਨੂੰ ਦੁੱਖ ਤਕਲੀਫ ਹੁੰਦੀ ਹੈ ਤੇ ਅਸੀਂ ਪਰਿਵਾਰ ਦੇ ਮੈਂਬਰਾਂ ਨੂੰ ਉਠਾਉਂਦੇ ਹਾਂ, ਉੱਠੋ ਜੀ ਮੈਂ ਠੀਕ ਨਹੀਂ ਹਾਂ, ਰਾਤ ਮੈਨੂੰ ਹਸਪੀਟਲ ਲੈ ਕੇ ਜਾਓ। ਫਿਰ ਸਾਡੇ ਕਰਕੇ ਲਾਗੇ ਬਾਕੀ ਪਰਿਵਾਰਕ ਮੈਂਬਰ ਜਾਗਦੇ ਨੇ। ਇੱਕ ਬਿਮਾਰ ਹੋਵੇ ਨਾਲ ਭੈਣ ਭਰਾ ਪਤਨੀ ਬੱਚੇ ਮਾਂ ਬਾਪ ਸਭ ਨਾਲ ਖੜ੍ਹ ਜਾਂਦੇ ਨੇ। ਪਤਨੀ ਬਿਮਾਰ ਹੋਵੇ ਤੇ ਨਾਲ ਬਾਕੀ ਪਰਿਵਾਰ ਮੈਂਬਰ ਖੜ੍ਹੇ ਹੋ ਜਾਂਦੇ ਨੇ। ਪਤੀ ਬਿਮਾਰ ਹੋਵੇ ਤੇ ਪਤਨੀ ਮਾਂ ਬਾਪ ਭੈਣ ਭਰਾ ਨਾਲ ਖੜ੍ਹਦੇ ਨੇ ਵੀ ਨਹੀਂ ਇਹਨੂੰ ਤਕਲੀਫ ਹੈ, ਇਹਦੇ ਨਾਲ ਖੜੋ, ਇਹਨੂੰ ਮਹਿਸੂਸ ਨਾ ਹੋਵੇ ਕਿ ਤੂੰ ਇਕੱਲਾ ਹੈ ਜਾਂ ਤੂੰ ਇਕੱਲੀ ਹੈ। ਇਹ ਇਨਸਾਨ ਦੇ ਹਿੱਸੇ ਆਇਆ ਨਾ। ਇੱਥੇ ਇੱਕ ਮੱਝ ਬਿਮਾਰ ਹੁੰਦੀ ਹੈ ਤੇ ਲਾਗੇ ਦੂਜੀ ਮੱਝ ਉੱਦਾਂ ਪੱਠੇ ਖਾ ਰਹੀ ਹੈ, ਉੱਦਾਂ ਚਾਰਾ ਖਾ ਰਹੀ ਹੈ। ਫਿਰ ਦੂਜੀ ਗੱਲ ਵੇਖੋ, ਮੱਝ ਨੇ ਗਾਂ ਨੇ ਕਿਸੇ ਪਸ਼ੂ ਨੇ ਤੁਹਾਨੂੰ ਬੋਲ ਕੇ ਨਹੀਂ ਦੱਸਣਾ ਕਿ ਮੈਂ ਬਿਮਾਰ ਹਾਂ। ਤੁਸੀਂ ਤਾਂ ਰੂਟੀਨ ਮੁਤਾਬਕ ਉਹਦੀ ਖੁਰਲੀ 'ਚ ਪੱਠੇ ਪਾ ਹੀ ਦੇਣੇ ਨੇ, ਪਰ ਜਦੋਂ ਉਹਨੇ ਮੂੰਹ ਨਾ ਪਾਇਆ ਪੱਠਿਆਂ ਨੂੰ ਖਾਧਾ ਨਾ, ਆਪਾਂ ਨੂੰ ਫੇਰ ਸੰਕੇਤ ਮਿਲਣਾ ਵੀ ਲੱਗਦਾ ਵੀ ਇਹ ਠੀਕ ਨਹੀਂ, ਇਹਨੂੰ ਕੋਈ ਪ੍ਰੋਬਲਮ ਹੈ। ਪਰ ਬੰਦੇ ਨਾਲ ਕਦੀ ਐਸਾ ਹੋਇਆ ਵੀ ਤੁਸੀਂ ਰੋਟੀ ਅੱਗੇ ਲੈ ਕੇ ਜਾਓ ਤੇ ਜਦੋਂ ਤੁਸੀਂ ਰੋਟੀ ਉਹਦੇ ਅੱਗੇ ਰੱਖੋ ਉਹ ਖਾਵੇ ਨਾ, ਫੇਰ ਲੱਗਿਆ ਜੇ ਬਿਮਾਰ ਹੈ। ਨਹੀਂ, ਉਹ ਸਾਨੂੰ ਪਹਿਲਾਂ ਹੀ ਮੂੰਹ ਬੋਲ ਕੇ ਦੱਸਦਾ ਹੈ ਜਾਂ ਦੱਸਦੀ ਹੈ, ਜਾਂ ਅਸੀਂ ਪੁੱਛ ਲੈਂਦੇ ਹਾਂ ਅੱਜ ਉੱਠਿਆ ਨਹੀਂ, ਅੱਜ ਉੱਠੀ ਨਹੀਂ ਹੈ, ਅੱਜ ਸਾਡੇ ਨਾਲ ਗੱਲਾਂ ਨਹੀਂ ਕੀਤੀਆਂ, ਕੀ ਗੱਲ ਹੈ। ਫਿਰ ਅਸੀਂ ਉਹਦੇ ਖਾਣੇ ਦਾ ਪ੍ਰਬੰਧ ਕਰਦੇ ਹਾਂ। ਇਹ ਸਭ ਉਹਦੀਆਂ ਦਾਤਾਂ ਨੇ। ਇਸੇ ਕਰਕੇ ਗੁਰੂ ਸਾਹਿਬ ਨੇ ਆਖਿਆ ਸੀ ਰਮਈਆ ਕੇ ਗੁਣ ਚੇਤ ਪੁਰਾਣੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੇ ਜਿਨੇ ਉਬਾਰਿਆ, ਬਾਰ ਵੀ ਵਸਦਾ ਤੁਝੇ ਪਿਆਰੇ ਦੁੱਧ। ਦੇਖ ਤੇਰਾ ਕਿੰਨਾ ਪ੍ਰਬੰਧ ਕੀਤਾ। ਤੂੰ ਬਚਪਨ 'ਚ ਸੀ ਨਾ, ਹੁਣ ਬੱਚੇ ਦੀ ਬਚਪਨ 'ਚ ਖੁਰਾਕ ਹੀ ਦੁੱਧ ਹੈ। ਵੇਖੋ, ਇੱਕ ਤਾਂ ਮਾਂ ਦਾ ਦੁੱਧ ਬੱਚਾ ਪੀਂਦਾ ਹੈ। ਹੁਣ ਕਈਆਂ ਮਾਵਾਂ ਨੂੰ ਦੁੱਧ ਨਹੀਂ ਆਉਂਦਾ ਜਾਂ ਕਈ ਮਾਵਾਂ ਦੁੱਧ ਪਿਉਣਾ ਨਹੀਂ ਚਾਹੁੰਦੀਆਂ, ਇਹ ਵੀ ਇੱਕ ਕਾਰਨ। ਇੱਕ ਤਾਂ ਦੁੱਧ ਮਾਂ ਨੂੰ ਆਉਣਾ ਹੀ ਨਾ, ਪ੍ਰੋਬਲਮ ਆ ਜਾਂਦੀ, ਕਈ ਵਾਰੀ ਮੈਡੀਕਲ ਪ੍ਰੋਬਲਮ ਹੋ ਸਕਦੀ ਹੈ। ਪਰ ਕਈਆਂ ਨੂੰ ਦੁੱਧ ਆਉਂਦਾ ਵੀ ਉਹ ਪਿਉਣਾ ਨਹੀਂ ਚਾਹੁੰਦੀਆਂ, ਉਹਨਾਂ ਨੂੰ ਡਰ ਹੁੰਦਾ ਹੈ ਵੀ ਹੈ ਮੈਂ ਮਤਲਬ ਮੇਰੀ ਸੁੰਦਰਤਾ 'ਚ ਫਰਕ ਹੋਏਗਾ। ਪਰ ਇਹਦਾ ਅਸਰ ਪੈਂਦਾ ਬੱਚਿਆਂ 'ਤੇ। ਧਿਆਨ ਨਾਲ ਸੁਣਿਓ, ਜਿਵੇਂ ਇੱਕ ਵਿਦਵਾਨ ਦਾ ਕਥਨ ਹੈ, ਤਿਫਲ ਮੇਂ ਬੂ ਆਏ ਕਿਆ ਮਾँ बाप के किरदार की, दूध तो डिब्बे का तलीम है सरकार की। ਕਿਤੇ ਬੱਚੇ ਦੇ ਜੀਵਨ 'ਚੋਂ ਮਾਂ ਬਾਪ ਦੇ ਕਿਰਦਾਰ ਦੀ ਖੁਸ਼ਬੂ ਕਿੱਥੋਂ ਆਉਣੀ ਹੈ ਕਿ ਜਾਂ ਮਾਂ ਨੇ ਦੁੱਧ ਰਾਹੀਂ ਮਮਤਾ ਘੋਲ ਕੇ ਬੱਚੇ ਦੇ ਮੂੰਹ 'ਚ ਪਾਉਣੀ ਸੀ। ਕੱਲ੍ਹ ਨੂੰ ਵਾਸਤਾ ਪਾ ਸਕਦੀ ਹੈ ਤੂੰ ਮੇਰਾ ਦੁੱਧ ਪੀ ਕੇ ਵੱਡਾ ਹੋਇਆ, ਜਵਾਨ ਹੋਇਆ। ਪਰ ਬਹੁਤੀਆਂ ਮਾਵਾਂ ਅੱਜ ਅਜੋਕੇ ਸਮੇਂ ਵਿੱਚ ਇਸ ਚੀਜ਼ ਤੋਂ ਕੰਨੀ ਕਤਰਾਉਂਦੀਆਂ ਨੇ, ਕਿਉਂਕਿ ਅਸੀਂ ਪਦਾਰਥਵਾਦੀ ਯੁੱਗ ਵਿੱਚ ਦੌੜ ਰਹੇ ਹਾਂ ਨਾ। ਮੈਂ ਆਪਣੀ ਜ਼ਿੰਦਗੀ 'ਚ ਬਾਹਰਲੀਆਂ ਕੰਟਰੀਆਂ 'ਚ ਵੀ ਕਈ ਐਸੇ ਪਰਿਵਾਰ ਵੇਖੇ ਨੇ, ਜੇ ਹਸਬੈਂਡ ਜੋਬ ਕਰਦਾ ਤੇ ਉਹਨੇ ਆਪਣੀ ਵਾਈਫ ਨੂੰ ਇਹ ਗੱਲ ਕਹੀ ਹੈ ਕਿ ਆਪਾਂ ਬੱਚੇ ਸਾਂਭਣੇ ਨੇ ਪਹਿਲਾਂ, ਜਦੋਂ ਇਹ ਪੈਰਾਂ 'ਤੇ ਥੋੜ੍ਹੇ ਜਿਹੇ ਖੜ੍ਹੇ ਹੋ ਜਾਣਗੇ ਫਿਰ ਭਾਵੇਂ ਆਪਾਂ ਦੋਵੇਂ ਜੋਬ ਕਰ ਲਵਾਂਗੇ। ਆਪਾਂ ਇੱਕੇ ਮਕਾਨ ਵਿੱਚ ਇੱਕੇ ਕਮਰੇ ਵਿੱਚ ਛੋਟੇ ਜਿਹੇ ਘਰ 'ਚ ਗੁਜ਼ਾਰਾ ਕਰ ਲੈਣਾ, ਪਰ ਪਦਾਰਥਾਂ ਮਗਰ ਨਹੀਂ ਭੱਜਣਾ। ਆਪਾਂ ਪਹਿਲਾਂ ਆਪਾਂ ਬੱਚਿਆਂ ਵੱਲ ਧਿਆਨ ਦੇਣਾ, ਕਿਉਂਕਿ ਬੱਚੇ ਨੂੰ ਆਉਂਦਿਆਂ ਮਾਂ ਚਾਹੀਦੀ ਹੈ ਘਰ 'ਚ, ਉਹਨੂੰ ਖਾਣਾ ਦੇਣਾ ਹੈ, ਉਹਦੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ। ਇਹ ਸਾਰਿਆਂ 'ਤੇ ਨਹੀਂ, ਕੁਝ ਪਰਿਵਾਰ ਐਸੇ ਹੈਗੇ ਨੇ, ਪਰ ਬਹੁਤਿਆਂ ਨੂੰ ਲੱਗਾ ਨਹੀਂ, ਦੋਵੇਂ ਜਾਣੇ ਜੋਬ 'ਤੇ ਚਲੇ ਗਏ, ਬੱਚਿਆਂ ਨੂੰ ਘਰ ਸਾਂਭਣ ਵਾਲਾ ਕੋਈ ਨਹੀਂ। ਇੱਕ ਸਮਾਂ ਐਸਾ ਆਇਆ, ਮੈਂ ਆਪਣੇ ਜੀਵਨ 'ਚ ਬੰਦੇ ਰੋਂਦੇ ਵੇਖੇ, ਕਹਿੰਦੇ ਜਿਨ੍ਹਾਂ ਲਈ ਅਸੀਂ ਘਰ ਨਹੀਂ ਸੀ ਹੈਗਾ, ਘਰ ਵੱਡਾ ਲੈ ਲਿਆ, ਗੱਡੀ ਵੱਡੀ ਲੈ ਲਈ, ਸਾਰਾ ਕੁਝ ਕੀਤਾ, ਪਰ ਜਦੋਂ ਮਤਲਬ ਸਾਡੇ ਕੋਲ ਸਭ ਕੁਝ ਹੋਇਆ, ਪਰ ਜਿਨ੍ਹਾਂ ਲਈ ਕੀਤਾ ਉਹ ਵਿੱਚ ਹੈ ਹੀ ਨਹੀਂ ਸੀ ਸਾਡੇ ਕੋਲ। ਉਹ ਇੱਕ ਗੈਪ ਪੈ ਗਿਆ ਬਹੁਤ ਵੱਡਾ, ਜਿੱਥੇ ਬੱਚਿਆਂ ਨਾਲ ਗੱਲਬਾਤ ਵਿਚਾਰ, ਕਿਉਂਕਿ ਅੱਜ ਪਰਿਵਾਰਾਂ ਵਿੱਚ ਜਾਓ ਨਾ, ਬਹੁਤ ਥਾਵਾਂ 'ਤੇ ਸੁਣ ਲਈ ਮਿਲਦਾ ਕਿ ਬੱਚੇ ਆਣ ਕੇ ਵਿੱਚ ਨਹੀਂ ਬੈਠਦੇ, ਗੱਲਾਂ ਬਾਤਾਂ ਨਹੀਂ ਕਰਦੇ। ਬਿਠਾਓ ਬੱਚਿਆਂ ਨੂੰ ਵਿੱਚ, ਗੱਲਾਂ ਬਾਤਾਂ ਕਰੋ। ਕੋਈ ਰਿਸ਼ਤੇਦਾਰ ਆਉਂਦਾ, ਬੱਚਾ ਤੁਹਾਡੇ ਵਿੱਚ ਆਣ ਕੇ ਬਵੇ, ਠੀਕ ਹੈ ਸਦਾ ਨਾ ਬਵੇ, ਪਰ ਉਹਨੂੰ ਪਤਾ ਹੋਵੇ ਦੁਨੀਆਦਾਰੀ ਦਾ। ਅੱਜ ਤੁਸੀਂ ਵੇਖੋ ਘਰ ਕੋਈ ਗੈਸਟ ਆਉਂਦਾ, ਟਾਵੇਂ ਬੱਚੇ ਨੇ ਜਿਹੜੇ ਆਣ ਕੇ ਵਿੱਚ ਬੈਠ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਗੇ। ਨਹੀਂ ਤਾਂ ਅੱਜ ਸਮਾਜ ਵਿੱਚ ਬੜੀ ਵੱਡੀ ਇੱਕ ਪ੍ਰੋਬਲਮ ਬਣ ਗਈ ਹੈ। ਜੇ ਸਕਾ ਮਾਮਾ ਆਇਆ ਹੈ, ਕੋਈ ਤਾਇਆ ਚਾਚਾ ਆਇਆ, ਰਿਸ਼ਤੇਦਾਰ ਆਇਆ ਹੈ, ਅਤੇ ਟਾਵੇਂ ਬੱਚੇ ਜਿਹੜੇ ਵਿੱਚ ਬੈਠਦੇ ਨੇ, ਘੁਲ ਮਿਲਦੇ ਨੇ, ਬੱਚਿਆਂ ਨੂੰ ਉਹਨਾਂ ਨੂੰ ਵੀ ਲੱਗਦਾ ਵੀ ਉਹ ਫਿਰ ਮਹਿਸੂਸ ਕਰਦੇ ਆ ਵੀ ਕਿਆ ਬਾਤ ਹੈ ਜੀ, ਤੁਹਾਡੇ ਬੱਚੇ ਕਿੰਨੇ ਲਾਇਕ ਨੇ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਸਾਡੇ ਮਨ ਨੂੰ ਖੁਸ਼ੀ ਹੋਈ ਵੀ ਇੱਦਾਂ ਦੇ ਬੱਚੇ ਹੁੰਦੇ ਨੇ। ਖਾਣਾ ਉਹਨਾਂ ਨੇ ਇੱਥੇ ਪਰੋਸਿਆ ਹੈ, ਆਪ ਖਾਣਾ। ਇਹ ਇੱਕ ਸਮਾਜ ਵਿੱਚ ਟ੍ਰੇਨਿੰਗ ਦੇਣ ਦਾ ਇੱਕ ਤਰੀਕਾ ਵੀ ਹੈ ਕਿ ਤੁਸੀਂ ਤੁਹਾਡੇ ਘਰ ਗੈਸਟ ਆਇਆ, ਤੁਸੀਂ ਬੱਚਿਆਂ ਨੂੰ ਕਹੋ ਵੀ ਤੁਸੀਂ ਪਾਣੀ ਲੈ ਕੇ ਜਾਓ, ਬੱਚੇ ਉਹਨਾਂ ਨੂੰ ਖਾਣਾ ਖਵਾਉਣ। ਇੱਕ ਸਾਂਝ ਬਣਦੀ ਹੈ। ਨਹੀਂ ਤਾਂ ਅਸੀਂ ਇੱਕ ਜੰਗਲ ਦੀ ਤਰ੍ਹਾਂ, ਅਸੀਂ ਇੱਕ ਜੇਲ੍ਹ ਦੀ ਤਰ੍ਹਾਂ ਰਹਿ ਕੇ ਜਾਵਾਂਗੇ। ਅਸੀਂ ਸਮਾਜ ਵਿੱਚ ਇੱਦਾਂ ਵਿਚਰਾਂਗੇ, ਪਰ ਜਦੋਂ ਵਕਤ ਆਏਗਾ ਬੱਚਿਆਂ ਦਾ ਘੁਲ ਮਿਲਣ ਦਾ, ਉਹ ਜਿਹੜੀ ਐਜੂਕੇਸ਼ਨ ਜਿਹੜੀ ਹੈ ਉਹਦੇ ਵਿੱਚ ਖੁੱਭ ਕੇ ਰਹਿ ਜਾਣਗੇ, ਉਹਨਾਂ ਨੂੰ ਸਮਾਜ ਵਿੱਚ ਵਿਚਰਨ ਦਾ ਪਤਾ ਨਹੀਂ ਲੱਗਣਾ। ਨਿੱਕੀਆਂ ਨਿੱਕੀਆਂ ਗੱਲਾਂ ਬੱਚਿਆਂ ਨੂੰ ਸਿਖਾਉਣ ਦੀ ਜ਼ਰੂਰਤ ਹੈ। ਮੈਂ ਵੇਖਿਆ ਆਪਣੇ ਸਮਾਜ, ਫੋਰਨ ਕੰਟਰੀਆਂ ਵਿੱਚ ਵੇਖਿਆ, ਕਈਆਂ ਦੇ ਬੱਚੇ
ਤੁਹਾਨੂੰ ਪਾਣੀ ਪਿਆਉਣਗੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੁਹਾਡਾ ਵੀ ਦਿਲ ਕਰਦਾ ਪੁੱਛੋ ਬੇਟਾ ਕਿੰਨਵੀਂ ਕਲਾਸ 'ਚ ਹੈ, ਕੀ ਪੜ੍ਹਦਾ ਅੱਜ ਕੱਲ੍ਹ, ਕੀ ਕਰ ਰਿਹਾ ਤੂੰ। ਫਿਰ ਉਹ ਗੱਲਾਂ ਖੁੱਲ੍ਹਦੀਆਂ ਨੇ, ਫਿਰ ਬੱਚਾ ਵੀ ਯਾਦ ਕਰਦਾ ਹੈ ਇਹ ਆਂਟੀ ਬਹੁਤ ਚੰਗੀ ਹੈ, ਇਹ ਅੰਕਲ ਬਹੁਤ ਚੰਗਾ ਹੈ, ਮੇਰੇ ਨਾਲ ਉਹਨੇ ਗੱਲਾਂ ਬਾਤਾਂ ਕੀਤੀਆਂ। ਨਹੀਂ ਤਾਂ ਬਹੁਤੇ ਬੱਚਿਆਂ ਨੂੰ ਮਾਮਾ ਆ ਜਾਏ, ਤਾਇਆ ਆ ਜਾਏ, ਚਾਚਾ ਆ ਜਾਏ, ਭੂਆ ਆ ਜਾਏ, ਫੁੱਫੜ ਆ ਜਾਏ, ਉਹਦੇ ਨਾਲ ਕੋਈ ਮਤਲਬ ਨਹੀਂ। ਯਾਨੀ ਕਿ ਘਰ ਬਹੁਤ ਵੱਡੇ ਬਣਾ ਲਏ ਨੇ, ਬਿਜ਼ਨਸ ਵਪਾਰ ਬਹੁਤ ਵੱਡੇ ਬਣਾ ਲਏ ਨੇ, ਇੱਥੇ ਆਣ ਕੇ ਅਸੀਂ ਮਾਰ ਖਾ ਗਏ ਹਾਂ। ਇੱਕ ਬੇਨਤੀ ਹੋਰ ਕਿ ਜ਼ਰੂਰੀ ਨਹੀਂ, ਕਈ ਮਾਂ ਬਾਪ ਬੱਚਿਆਂ ਦੇ ਕੋਲ ਰਹਿ ਕੇ ਵੀ ਦੂਰ ਨੇ ਅਤੇ ਕਈ ਦੂਰ ਰਹਿ ਕੇ ਵੀ ਕੋਲ ਨੇ। ਕਈ ਹੁਣ ਬਾਹਰਲੀਆਂ ਕੰਟਰੀਆਂ ਵਿੱਚ ਮੈਂ ਵੇਖਿਆ, ਇੱਥੇ ਭਾਰਤ ਦੇਸ਼ ਦੀ ਜੇ ਗੱਲ ਕਰੀਏ ਇੱਥੇ ਵੀ ਵੇਖਿਆ, ਕਈ ਕੰਮ ਕਰਦਿਆਂ ਵੀ ਬੱਚਿਆਂ ਨਾਲ ਅਟੈਚ ਨੇ ਅਤੇ ਕਈ ਕੋਲ ਰਹਿ ਕੇ ਵੀ ਕੋਈ ਅਟੈਚ ਨਹੀਂ, ਕੋਈ ਮਤਲਬ ਨਹੀਂ, ਗੱਲਬਾਤ ਨਹੀਂ। ਕਦੀ ਪੁੱਛੋ, ਗੱਲਬਾਤ ਕਰੋ, ਕਿੱਦਾਂ, ਹੋਰ ਕੀ ਹਾਲ ਹੈ, ਦੋਸਤੀ ਪਾ ਲਓ, ਬੜਾ ਕੁਝ ਸਿੱਖਿਆ ਜਾ ਸਕਦਾ ਹੈ। ਤੋ ਖੈਰ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ, ਅਸੀਂ ਸਿਰਫ ਪਦਾਰਥਾਂ ਨੂੰ ਹੀ ਅਮੀਰੀ ਸਮਝ ਕੇ ਬੈਠ ਗਏ ਹਾਂ। ਪਦਾਰਥ ਅਮੀਰੀ ਨਹੀਂ ਹੈ। ਜਿਹੜਾ ਤੁਹਾਨੂੰ ਅਸਲੀ ਸਕੂਨ ਹੈ ਨਾ, ਅਸਲੀ ਸਕੂਨ, ਮੈਂ ਕਹਿੰਦਾ 2 ਕਰੋੜ ਦੀ ਬੰਦੇ ਦੀ ਲਾਟਰੀ ਨਿਕਲ ਆਵੇ ਨਾ, ਤਾਂ ਬੰਦੇ ਨੂੰ ਖਬਰ ਮਿਲੇ ਵੀ ਤੇਰੀ ਅੱਜ 2 ਕਰੋੜ ਦੀ ਲਾਟਰੀ ਨਿਕਲ ਆਈ ਹੈ। ਹੋ ਸਕਦਾ ਉਹ ਤੋਂ ਪਹਿਲਾਂ ਹੱਸ ਰਿਹਾ ਹੋਵੇ, ਜਦੋਂ ਲਾਟਰੀ ਦੀ ਖਬਰ ਮਿਲੇ ਨਾ, ਉਹਨੂੰ ਪਤਾ ਲੱਗੇ ਵੀ ਤੇਰੀ ਲਾਟਰੀ ਨਿਕਲ ਆਈ ਹੈ, ਉਸ ਤੋਂ ਬਾਅਦ ਉਹਦਾ ਹਾਸਾ ਹੀ ਬੰਦ ਹੋ ਜਾਏ, ਕਿਉਂਕਿ ਹੁਣ ਉਹਨੂੰ ਇਹ ਫਿਕਰ ਪੈ ਗਿਆ, ਹਾਏ ਇਹ 2 ਕਰੋੜ 'ਚੋਂ ਇੰਨਾ ਸਰਕਾਰ ਲੈ ਜੂ, ਇੰਨਾ ਮੇਰੇ ਕੋਲ ਬਾਜੂ, ਹਾਏ ਇਹ 'ਚੋਂ ਮੈਂ ਰਿਸ਼ਤੇਦਾਰਾਂ ਨੂੰ, ਕੋਈ ਰਿਸ਼ਤੇਦਾਰਾਂ ਮੇਰੇ ਕੋਲ ਖੋ ਕੇ ਲੈ ਜਾਏ, ਹਾਏ ਮੈਨੂੰ ਕੋਈ ਮਾਰ ਨਾ ਦੇਵੇ, ਹਾਏ ਇਹ 'ਚੋਂ ਮੈਂ ਕਿਹਨੂੰ ਕੀ ਦੇਵਾਂਗਾ, ਹਾਏ ਇਹ 'ਚੋਂ ਮੈਂ ਘਰ 'ਤੇ ਕਿੰਨਾ ਲਾਊਂਗਾ, ਇਹ 'ਚੋਂ ਮੈਂ ਗੱਡੀ ਕੀ ਬਣਾਉਂ। ਪੈਸੇ ਨਾਲ ਤੇ ਤੇਰੇ ਚਿਹਰੇ 'ਤੇ ਹਾਸਾ ਹੋਣਾ ਚਾਹੀਦਾ ਸੀ, ਕੰਮ ਉਲਟਾ ਹੋ ਗਿਆ, ਤੇਰੀ ਪਹਿਲੀ ਵੀ ਖੁਸ਼ੀ ਚਲੇਗੀ। ਇਹ ਤੋਂ ਸਮਝ ਆ ਜਾਣੀ ਚਾਹੀਦੀ ਹੈ, ਦੁਨਿਆਵੀ ਧਨ ਪਦਾਰਥਾਂ ਨਾਲ ਅੰਦਰ ਦੀ ਖੁਸ਼ੀ ਦਾ 1% ਵੀ ਸੰਬੰਧ ਨਹੀਂ। ਅਤੇ ਇੱਕ ਸਧਾਰਨ ਜੇ ਕੰਮ ਕੀਤਿਆਂ ਵੀ ਤੁਹਾਨੂੰ ਵੱਡੀ ਖੁਸ਼ੀ ਮਿਲ ਸਕਦੀ ਹੈ। ਤੁਸੀਂ ਆਪਣੇ ਕੰਮ ਤੋਂ ਘਰ ਆ ਰਹੇ ਸੀ, ਰਸਤੇ 'ਚ ਕਿਸੇ ਦੀ ਹੈਲਪ ਕੀਤੀ ਤੁਸੀਂ, ਤੁਹਾਡੇ ਮਨ ਨੂੰ ਕਿੰਨਾ ਸਕੂਨ ਜਿਹਾ। ਇਹ ਠੰਡ ਜਿਹੀ ਨਹੀਂ ਪਈ ਜਿਵੇਂ ਬੰਦਾ ਜਿੱਦਾਂ ਅੰਦਰ ਨੂੰ ਠੰਡ ਪਈ ਵੀ ਅੱਜ ਮੈਂ ਕਿਸੇ ਦਾ ਯਾਰ ਭਲਾ ਕਰਕੇ ਆਇਆ, ਅੱਜ ਮੈਂ ਕਿਸੇ ਦੀ ਹੈਲਪ ਕੀਤੀ ਹੈ, ਅੱਜ ਕਿਸੇ ਨੇ ਮੇਰੇ ਕੋਲੋਂ ਮਦਦ ਮੰਗੀ ਅਤੇ ਮੈਂ ਸ਼ੁਕਰਾਨਾ ਕਰਦਾ ਕਿ ਮੈਂ ਉਹਦੀ ਮਦਦ ਕਰਨ ਜੋਗਾ ਹੋਇਆ, ਮੈਨੂੰ ਉਹਦੇ ਯੋਗ ਸਮਝਿਆ ਅਤੇ ਅਗਲੇ ਨੇ ਮੈਨੂੰ ਫੋਨ ਕੀਤਾ। ਕਈ ਵਾਰੀ ਨਿੱਕੀ ਜਿਹੀ ਚੀਜ਼ ਬਦਲੇ ਤੁਹਾਨੂੰ ਕੋਲ ਫੋਨ ਕਰਦਾ, ਮੈਨੂੰ ਆਹ ਚੀਜ਼ ਚਾਹੀਦੀ ਹੈ। ਉਸ ਵਕਤ ਨਾ ਹੰਕਾਰ ਕਰਨ ਦੀ ਬਜਾਏ ਨਾ ਮਾਣ ਕਰਨਾ, ਜਿਹੜਾ ਦਾਤਾ ਮੈਨੂੰ ਕਿਸੇ ਨੇ ਯੋਗ ਸਮਝਿਆ ਅਤੇ ਇਹ ਯੋਗ ਮੈਨੂੰ ਤੁਸੀਂ ਬਣਾਇਆ, ਆਹ ਹੈ ਅਮੀਰੀ ਅਸਲ 'ਚ। ਇਹ ਸਭ ਤੋਂ ਵੱਡੀ ਅਮੀਰੀ ਹੈ। ਜਦੋਂ ਇੱਦਾਂ ਸਮਝ ਆ ਜਾਏ ਨਾ, ਜ਼ਿੰਦਗੀ ਖੂਬਸੂਰਤ ਬਣਦੀ ਹੈ, ਪਿਆਰ ਵਾਲੀ ਬਣਦੀ ਹੈ, ਵਧੀਆ ਜੀਵਨ ਜਾਚ ਸਤਿਗੁਰ ਦੀ ਬਾਣੀ ਵਿੱਚੋਂ ਸਿੱਖਣ ਦੀ ਪ੍ਰੇਰਨਾ ਮਿਲਦੀ। ਹੁਣ ਪਾਤਸ਼ਾਹ ਕਹਿੰਦੇ ਸਭ ਕੁਝ ਮਿਲ ਗਿਆ ਤੈਨੂੰ, ਤਨ ਮਿਲ ਗਿਆ, ਧਨ ਮਿਲ ਗਿਆ, ਸੰਪਤੀ ਮਿਲ ਗਈ, ਸੁੱਖ ਮਿਲ ਗਿਆ, ਅਰਜੇ ਨੀਕੇ ਧਾਮ, ਕੋਈ ਗਿਲਾ ਤਾਂ ਨਹੀਂ ਹੈਗਾ ਤੇਰੇ ਕੋਲ, ਤਨ ਵੀ ਵਧੀਆ। ਵੈਸੇ ਤਾਂ ਜਿਸ ਬੰਦੇ ਕੋਲ ਜੋ ਵੀ ਤਨ ਬਚਿਆ ਹੈ ਨਾ, ਕਈ ਵਾਰੀ ਸਰੀਰ ਦੀ ਕੋਈ ਪਾਰਟ ਸਾਡਾ ਡੈਮੇਜ ਹੋ ਜਾਂਦਾ ਹੈ, ਸ਼ੁਕਰਾਨਾ ਕਰੋ ਦਾਤਾ, ਮਿਹਰ ਹੈ ਤੇਰੀ, ਧੰਨਵਾਦ ਤੇਰਾ, ਸ਼ੁਕਰ ਹੈ ਜੋ ਬਚਿਆ ਮੈਨੂੰ, ਮੈਂ ਉਹਦਾ ਧੰਨਵਾਦ ਕਰਦਾ। ਜੋ ਨਹੀਂ ਹੈਗਾ ਉਹਦਾ ਗਿਲਾ ਨਾ ਕਰੋ, ਜੋ ਹੈਗਾ ਹੈ ਉਹਦਾ ਧੰਨਵਾਦ ਕਰੋ। ਇਹ ਜ਼ਿੰਦਗੀ ਹੈ, ਇਹ ਜ਼ਿੰਦਗੀ ਹੈ। ਨਹੀਂ ਤਾਂ ਕੋਈ ਚਾਹੁੰਦਾ ਹੈ, ਕੋਈ ਦਾਦਾ ਚਾਹੁੰਦਾ ਮੈਂ ਆਪਣੇ ਪੋਤਰੇ ਦਾ ਸੰਸਕਾਰ ਆਪਣੇ ਅੱਖੀਂ ਵੇਖਾਂ, ਕੋਈ ਮਾਂ ਚਾਹੁੰਦੀ ਮੈਂ ਆਪਣੇ ਬੱਚੇ ਦੀ ਲਾਸ਼ ਵੇਖਾਂ, ਕਦੀ ਨਹੀਂ ਚਾਹੁੰਦੀ। ਪਰ ਪਾਤਸ਼ਾਹ ਕਹਿੰਦੇ ਜਿੱਥੇ ਵੀ ਬੈਠਾ ਹੈ, ਜਿਸ ਹਾਲਾਤ ਵਿੱਚ ਬੈਠਾ ਹੈ, ਉੱਥੇ ਹਾਲਾਤ ਵਿੱਚ ਸ਼ੁਕਰਾਨਾ ਕਰਨ ਦੀ ਜਾਚ ਸਿੱਖ ਲਾ, ਤੇਰਾ ਜੀਵਨ ਖੂਬਸੂਰਤ ਬਣ ਜਾਏਗਾ, ਤੂੰ ਹਰ ਪਲ ਵਿੱਚੋਂ ਖੁਸ਼ੀ ਮਾਣੇਗਾ। ਪਾਤਸ਼ਾਹ ਕਹਿੰਦੇ ਤਨ ਧਨ ਸੰਪੈ ਸੁਖ ਦਿਓ, ਅਰ ਜਿਹ ਨੀਕੇ ਧਾਮ, ਕਹੋ ਨਾਨਕ ਸੁਣ ਰੇ ਮਨਾ, ਹੇ ਨਾਨਕ ਆਖ, ਹੇ ਮਨ ਧਿਆਨ ਨਾਲ ਮੇਰੀ ਗੱਲ ਸੁਣ, ਸਿਮਰਤ ਕਾਹੇ ਨਾ ਰਾਮ। ਤੂੰ ਸਿਮਰਦਾ ਕਿਉਂ ਨਹੀਂ ਉਸ ਰਾਮ ਨੂੰ, ਭਾਵ ਉਹਦੇ ਨਾਲ ਸਾਂਝ ਕਿਉਂ ਨਹੀਂ ਪਾਉਂਦਾ, ਆਪਣੀ ਜੀਵਨ ਜਾਚ ਜਿਹੜਾ ਸਾਨੂੰ ਸਤਿਗੁਰ ਨੇ ਸਿਖਾਇਆ, ਤੂੰ ਉਸ ਬੰਨੇ ਆਪਣੀ ਸੁਰਤ ਕਿਉਂ ਨਹੀਂ ਜੋੜਦਾ। ਇਹ ਜੀਵਨ ਜਾਚ ਆਪਣੇ ਗੁਰੂ ਕੋਲੋਂ ਸਿੱਖਣ ਦੀ ਕੋਸ਼ਿਸ਼ ਕਰ। ਗੁਰੂ ਦਾ ਉਪਦੇਸ਼, ਗੁਰੂ ਦੀ ਵਿਚਾਰ ਜਦੋਂ ਜ਼ਿੰਦਗੀ ਵਿੱਚ ਆਏਗੀ, ਸਿਮਰਤ ਦਾ ਅਰਥ ਪਤਾ ਕੀ ਹੈ, ਰੋਜ਼ ਆਪਣੇ ਜੀਵਨ ਦੇ ਵਿੱਚ ਉਹ ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹ ਦੇਵੀ ਗੁਣ ਜਿਹੜੇ ਆ, ਇਹਨਾਂ ਦੀ ਵਰਤੋਂ ਕਰ, ਅਤੇ ਵਰਤੋਂ ਕਰਨੀ ਹੀ ਉਸ ਨੂੰ ਸਿਮਰਨਾ ਹੈ। ਸਿਮਰਨਾ ਤੁਹਾਡੀ ਯਾਦ ਹੈ, ਤੁਹਾਡੀ ਪ੍ਰੈਕਟਿਸ ਹੈ, ਅਭਿਆਸ ਹੈ, ਜਿਹਨੂੰ ਤੁਸੀਂ ਰੋਜ਼ ਆਪਣੀ ਜ਼ਿੰਦਗੀ ਵਿੱਚ, ਹੁਣ ਵੇਖੋ ਅਸੀਂ ਔਗਣ ਸਿਮਰਦੇ ਹਾਂ ਅਤੇ ਔਗਣ ਵੱਧਦੇ ਜਾਂਦੇ ਆ, ਔਗਣਾਂ ਦੀ ਪ੍ਰੈਕਟਿਸ ਕਰਦੇ ਹਾਂ, ਔਗਣ ਵੱਧਦੇ ਜਾਂਦੇ ਆ। ਕਾਮ, ਵਾਸ਼ਨਾਵਾਂ, ਲੋਭ, ਲਾਲਚ, ਇਹ ਧਨ ਵੱਧਦਾ ਹੈ। ਹੁਣ ਕੱਚਾ ਧਨ, ਸੱਚਾ ਧਨ ਪਤਾ ਕਿਉਂ, ਹੁਣ ਤੁਸੀਂ ਲਾਲਚ ਇੱਕ ਵਾਰ ਕੀਤਾ, ਲਾਲਚ ਥੋੜ੍ਹੀ ਜਿਹੀ ਚੀਜ਼ 'ਤੇ ਲਾਲਚ ਕਰ ਲਿਆ, ਅਗਲੀ ਵਾਰੀ ਲਾਲਚ ਵਧੇਗਾ ਕਿ ਘਟੇਗਾ, ਕੁਦਰਤੀ ਗੱਲ ਹੈ, ਲਾਲਚ ਵਧੇਗਾ, ਘਟੇਗਾ ਨਹੀਂ। ਤੁਸੀਂ ਇੱਕ ਵਾਰੀ ਹੰਕਾਰ ਕੀਤਾ, ਹੰਕਾਰ ਅਗਲੀ ਵਾਰ ਵਧੇਗਾ ਕਿ ਘਟੇਗਾ, ਜਵਾਬ ਆਏਗਾ ਵਧੇਗਾ। ਇਹਦਾ ਮਤਲਬ ਇਹ ਧਨ ਵੱਧਦਾ ਹੈ ਨਾ, ਪਰ ਹੈ ਧਨ ਕੱਚਾ,
ਪਰ ਇਹ ਵਰਤਿਆਂ ਵੱਧਦਾ ਹੈ। ਦੂਜੇ ਬੰਨੇ ਤੁਸੀਂ ਸਬਰ ਵਰਤਿਆ, ਅਗਲੀ ਵਾਰੀ ਸਬਰ ਹੋਰ ਵਧੇਗਾ। ਤੁਸੀਂ ਦਇਆ ਵਰਤੀ, ਦਇਆ ਅਗਲੀ ਵਾਰੀ ਹੋਰ ਵਧੇਗੀ। ਧਰਮ ਵਰਤਿਆ, ਧਰਮ ਅਗਲੀ ਵਾਰੀ ਹੋਰ ਵਧੇਗਾ। ਹੁਣ ਇਹ ਸੱਚਾ ਧਨ ਹੈ, ਇਹ ਵਰਤਿਆ ਤੇ ਧਨ ਵੱਧ ਰਿਹਾ ਹੈ। ਹੁਣ ਫੈਸਲਾ ਆਪਾਂ ਕਰਨਾ ਹੈ ਕਿ ਮੈਂ ਕੱਚਾ ਧਨ ਵਧਾਉਣਾ ਹੈ ਕਿ ਸੱਚਾ ਧਨ ਵਧਾਉਣਾ ਹੈ। ਜਿਹੜਾ ਧਨ ਵਧਾਵਾਂਗੇ ਉਹ ਧਨ ਦਾ ਅਸਰ ਸਾਡੇ ਜੀਵਨ ਉੱਤੇ ਅਵੱਸ਼ ਪਵੇਗਾ। ਗੁਰੂ ਪਾਤਸ਼ਾਹ ਜੀ ਇੱਥੇ 8 ਨੰਬਰ ਸਲੋਕ 'ਚ ਕਹਿੰਦੇ ਨੇ, ਤਨ ਧਨ ਸੰਪੈ, ਤਨ ਸਰੀਰ ਧਨ ਜਾਇਦਾਦ ਸੰਪੈ ਸੰਪਤੀ ਸੁਖ, ਤਮਾਮ ਸੁੱਖ ਦਿੱਤੇ ਨੇ। ਆਰ ਜੇ ਨੀਕੇ ਧਾਮ, ਸੋਹਣੇ ਤੈਨੂੰ ਘਰ ਦਿੱਤੇ ਰਹਿਣ ਵਾਸਤੇ। ਕਹੋ ਨਾਨਕ ਸੁਣ ਰੇ ਮਨਾ, ਹੇ ਨਾਨਕ ਆਖ, ਹੇ ਮਨ ਧਿਆਨ ਨਾਲ ਮੇਰੀ ਗੱਲ ਸੁਣ, ਸਿਮਰਤ ਕਾਹੇ ਨਾ ਰਾਮ। ਤੂੰ ਅਜੇ ਵੀ ਕਿਉਂ ਨਹੀਂ ਯਾਦ ਕਰਦਾ ਉਹਨੂੰ? ਵੀ ਅਜੇ ਵੀ ਉਹਦਾ ਧੰਨਵਾਦ ਨਹੀਂ ਕਰਦਾ, ਅਜੇ ਵੀ ਨਾ ਸ਼ੁਕਰਿਆਂ ਵਾਲਾ ਜੀਵਨ ਗੁਜ਼ਾਰ ਰਿਹਾ। ਆਓ ਗੁਰੂ ਬਖਸ਼ਿਸ਼ ਕਰੇ, ਗੁਰੂ ਜੀ ਦੀਆਂ ਪਿਆਰੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾਈਏ, ਜ਼ਿੰਦਗੀ ਵਧੀਆ ਬਣਾਈਏ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।